ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਹੈ ਐਕਸਪਲੇਨ ਗਾਰਮੈਂਟ ਪ੍ਰੋਡਕਸ਼ਨ ਸਿਸਟਮ, ਇਟਸ ਟਾਈਪਸ ਐਂਡ ਅਵੈਲੂਏਸ਼ਨ ਆਫ ਪ੍ਰੋਡਕਸ਼ਨ ਸਿਸਟਮ। ਕੱਪੜੇ ਉਤਪਾਦਨ ਪ੍ਰਣਾਲੀ ਉਤਪਾਦਨ ਪ੍ਰਕਿਰਿਆ, ਸਮੱਗਰੀ ਪ੍ਰਬੰਧਨ, ਕਰਮਚਾਰੀਆਂ ਅਤੇ ਉਪਕਰਨਾਂ ਦਾ ਸੁਮੇਲ ਹੈ ਜੋ ਕੰਮ ਦੇ ਪ੍ਰਵਾਹ ਨੂੰ ਸਿੱਧ ਕਰਦੇ ਹਨ ਅਤੇ ਕੱਪੜੇ ਤਿਆਰ ਕਰਦੇ ਹਨ। ਇਹ ਇੱਕ ਪ੍ਰਣਾਲੀ ਹੈ ਜੋ ਦਰਸਾਉਂਦੀ ਹੈ ਕਿ ਕਿਵੇਂ ਇੱਕ ਨਿਰਮਾਣ ਪ੍ਰਣਾਲੀ ਵਿੱਚ ਦੋ ਅਯਾਮੀ ਕੱਪੜੇ ਭਾਵ 2 ਡਾਇਮੈਂਸ਼ਨਲ ਫੈਬਰਿਕ ਨੂੰ 3 ਅਯਾਮੀ ਕੱਪੜੇ ਭਾਵ 3 ਡਾਇਮੈਂਸ਼ਨਲ ਫੈਬਰਿਕ ਵਿੱਚ ਬਦਲਿਆ ਜਾਂਦਾ ਹੈ। ਉਤਪਾਦਨ ਪ੍ਰਣਾਲੀ ਦੇ ਨਾਮ ਵੱਖੋ ਵੱਖਰੇ ਕਾਰਕਾਂ 'ਤੇ ਆਧਾਰਿਤ ਹਨ, ਜਿਵੇਂ ਕਿ ਇੱਕ ਕੱਪੜੇ ਨੂੰ ਇਕੱਠਾ ਕਰਨ ਲਈ ਬਹੁਤ ਸਾਰੀਆਂ ਮਸ਼ੀਨਾਂ ਦੀ ਵਰਤੋਂ, ਮਸ਼ੀਨਾਂ ਦਾ ਖਾਕਾ, ਕੱਪੜੇ ਬਣਾਉਣ ਵਿੱਚ ਸ਼ਾਮਲ ਆਪਰੇਟਰਾਂ ਦੀ ਕੁੱਲ ਗਿਣਤੀ ਅਤੇ ਇੱਕ ਕੱਪੜੇ ਦੇ ਉਤਪਾਦਨ ਲਾਈਨ ਵਿੱਚ ਚੱਲਦੇ ਕੱਪੜਿਆਂ ਦੀ ਗਿਣਤੀ ਆਦਿ। ਹਰੇਕ ਕੱਪੜੇ ਉਤਪਾਦਨ ਪ੍ਰਣਾਲੀ ਨੂੰ ਢੁਕਵੇਂ ਪ੍ਰਬੰਧਨ, ਸਮੱਗਰੀ ਸੰਭਾਲਣ ਦੀਆਂ ਪ੍ਰਕਿਰਿਆਵਾਂ, ਕੱਪੜੇ ਫੈਲਾਉਣ ਦੀ ਪ੍ਰਕਿਰਿਆ ਅਤੇ ਵਰਕਰ ਦੀ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ। ਕੱਪੜਿਆਂ ਦੀ ਉਤਪਾਦਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੱਪੜਾ ਉਦਯੋਗ ਵੱਖੋ ਵੱਖਰੀਆਂ ਉਤਪਾਦਨ ਪ੍ਰਣਾਲੀਆਂ ਨੂੰ ਜੋੜ ਸਕਦਾ ਹੈ, ਜਿਵੇਂ ਕਿ ਸਿਰਫ ਉਤਪਾਦਨ ਪ੍ਰਣਾਲੀ ਦੀ ਵਰਤੋਂ ਕਰਨਾ ਜਾਂ ਇੱਕ ਉਤਪਾਦਨ ਸ਼ੈਲੀ ਲਈ ਵੱਖਰੀ ਪ੍ਰਣਾਲੀਆਂ ਦਾ ਸੁਮੇਲ ਆਦਿ। ਉਤਪਾਦਨ ਪ੍ਰਣਾਲੀ ਨੂੰ ਡਿਜ਼ਾਈਨ ਕਰਨਾ ਵੱਖ-ਵੱਖ ਉਤਪਾਦਨ ਗਤੀਵਿਧੀਆਂ ਦੇ ਤਾਲਮੇਲ ਨੂੰ ਯਕੀਨੀ ਬਣਾਉਂਦਾ ਹੈ। ਇੱਥੇ ਕੋਈ ਵੀ ਵਿਸ਼ੇਸ਼ ਪ੍ਰਣਾਲੀ ਨਹੀਂ ਹੈ ਜੋ ਸਰਵ ਵਿਆਪਕ ਤੌਰ 'ਤੇ ਸਵੀਕਾਰ ਕੀਤੀ ਜਾਂਦੀ ਹੈ। ਫਿਰ ਵੀ ਵੱਖ-ਵੱਖ ਕਿਸਮਾਂ ਦੇ ਉਤਪਾਦਨ ਸਿਸਟਮ ਹਨ, ਜਿਸ ਦੇ ਬਾਅਦ ਵੱਖ-ਵੱਖ ਸੰਸਥਾਵਾਂ ਹੇਠ ਦਿੱਤੇ ਭਾਗਾਂ ਵਿੱਚ ਵਿਚਾਰੀਆਂ ਗਈਆਂ ਹਨ। ਪ੍ਰੋਡਕਸ਼ਨ ਸਿਸਟਮ ਯੂਜ਼ਡ ਇਨ ਅਪੈਰਲ ਮੈਨੂਫੈਕਚਰਿੰਗ। ਕੱਪੜਾ ਉਤਪਾਦਨ ਪ੍ਰਣਾਲੀ ਦੇ ਮੁੱਖ ਉਦੇਸ਼ ਹੇਠ ਲਿਖੇ ਹਨ। ਨੰਬਰ 1, ਵੱਖ-ਵੱਖ ਉਤਪਾਦਨ ਪ੍ਰਣਾਲੀਆਂ ਦੀਆਂ ਵਿਸ਼ੇਸ਼ਤਾਵਾਂ ਦੀ ਜਾਂਚ ਕਰਨਾ, ਵੱਖ-ਵੱਖ ਉਤਪਾਦਨ ਪ੍ਰਣਾਲੀਆਂ ਦੀਆਂ ਆਪਸੀ ਤੁਲਨਾ ਕਰਨਾ, ਵੱਖੋ ਵੱਖਰੀਆਂ ਸਥਿਤੀਆਂ ਵਿੱਚ ਵੱਖ-ਵੱਖ ਉਤਪਾਦਨ ਪ੍ਰਣਾਲੀਆਂ ਦੀ ਵਰਤੋਂ ਕਰਨਾ ਅਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣਾਂ ਦਾ ਮੁਲਾਂਕਣ ਤੇ ਆਲੋਚਨਾ ਕਰਨਾ। ਪ੍ਰਿੰਸੀਪਲਸ ਆਫ ਚੂਜ਼ਿੰਗ ਅ ਪ੍ਰੋਡਕਸ਼ਨ ਸਿਸਟਮ। ਕਿਸੇ ਉਤਪਾਦਨ ਪ੍ਰਣਾਲੀ ਨੂੰ ਚੁਣਨ ਦੇ ਕੁਝ ਸਿਧਾਂਤ ਹੁੰਦੇ ਹਨ ਜੋ ਕਿ ਹੇਠ ਲਿਖੇ ਹਨ। ਮਿਸ਼ਨ ਅਤੇ ਨਿਰਮਾਣ ਫਰਮ ਦੀਆਂ ਨੀਤੀਆਂ, ਕਰਮਚਾਰੀਆਂ ਦੀਆਂ ਯੋਗਤਾਵਾਂ, ਬਹੁਤ ਆਕਾਰ, ਸ਼ੈਲੀ ਬਾਰੰਬਾਰਤਾ ਬਦਲਣਾ, ਕਿਰਤ ਹੁਨਰ, ਸੰਤੁਲਨ ਵਿੱਚ ਮੁਸ਼ਕਲ, ਥਰੂਪੁੱਟ ਟਾਈਮ ਅਤੇ ਕਾਰਜ ਲੇਆਊਟ। ਅਵੈਲੂਏਸ਼ਨ ਆਫ ਗਾਰਮੈਂਟ ਪ੍ਰੋਡਕਸ਼ਨ ਸਿਸਟਮ। ਉਤਪਾਦਨਾਂ ਦੀਆਂ ਵੱਖ-ਵੱਖ ਕਿਸਮਾਂ ਹਨ ਅਤੇ ਕੰਮ ਕਰਨ ਲਈ ਵੱਖਰੀਆਂ ਸ਼ਰਤਾਂ ਦੀ ਲੋੜ ਹੈ। ਹਾਲਾਂਕਿ ਉਹਨਾਂ ਨੂੰ ਮੁੱਢਲੇ ਉਦੇਸ਼ਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਅਰਥਾਤ ਅੰਤਿਮ ਉਤਪਾਦ ਦੇ ਨਿਰਧਾਰਨ ਨੂੰ ਪੂਰਾ ਕਰਨਾ ਅਤੇ ਕੁਦਰਤ ਵਿੱਚ ਲਾਗਤ ਪ੍ਰਭਾਵਸ਼ਾਲੀ ਹੋਣਾ। ਕਿਸੇ ਵੀ ਉਤਪਾਦਨ ਪ੍ਰਣਾਲੀ ਦਾ ਮੁੱਖ ਉਦੇਸ਼ ਘੱਟ ਤੋਂ ਘੱਟ ਸਮੇਂ ਵਿੱਚ ਕੁੱਲ ਉਤਪਾਦਨ ਦਾ ਸਮਾਂ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਉਤਪਾਦਨ ਪ੍ਰਣਾਲੀ ਦੇ 4 ਮੁੱਖ ਤੱਤ ਹੁੰਦੇ ਹਨ, ਜਿਨ੍ਹਾਂ ਰਾਹੀਂ ਉਸ ਆਪਣੇ ਸਮਾਂ ਪ੍ਰਬੰਧਨ ਦੇ ਉਦੇਸ਼ ਨੂੰ ਪੂਰਾ ਕਰਨਾ ਹੁੰਦਾ ਹੈ। ਕੱਪੜਾ ਉਤਪਾਦਨ ਪ੍ਰਣਾਲੀਆਂ ਦਾ ਮੁਲਾਂਕਣ 4 ਪ੍ਰਾਇਮਰੀ ਕਾਰਕਾਂ ਜਿਵੇਂ ਕਿ ਧਿਆਨ ਵਿੱਚ ਰੱਖ ਕੇ ਕੀਤਾ ਜਾ ਸਕਦਾ ਹੈ। ਨੰਬਰ 1, ਪ੍ਰੋਸੈਸਿੰਗ ਟਾਈਮ। ਨੰਬਰ 2, ਟਰਾਂਸਪੋਰਟੇਸ਼ਨ ਟਾਈਮ। ਨੰਬਰ 3, ਟੈਂਪਰੇਰੀ ਸਟੋਰੇਜ ਟਾਈਮ। ਨੰਬਰ 4, ਇੰਸਪੈਕਸ਼ਨ ਟਾਈਮ।
ਅਤੇ ਇਹਨਾਂ ਚਾਰਾਂ ਕਾਰਕਾਂ ਨੂੰ ਮਿਲਾ ਕੇ ਕੁੱਲ ਉਤਪਾਦਨ ਸਮਾਂ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਵਿੱਚ ਪ੍ਰੋਸੈਸਿੰਗ ਟਾਈਮ ਤੋਂ ਭਾਵ ਪ੍ਰਕਿਰਿਆ ਦਾ ਸਮਾਂ। ਇਹ ਇੱਕ ਕੱਪੜੇ ਨੂੰ ਇਕੱਠਾ ਕਰਨ ਵਿੱਚ ਸ਼ਾਮਲ ਸਾਰੀਆਂ ਪ੍ਰਕਿਰਿਆਵਾਂ ਦਾ ਕੁੱਲ ਕਾਰਜਸ਼ੀਲ ਸਮਾਂ ਹੁੰਦਾ ਹੈ। ਅਤੇ ਟਰਾਂਸਪੋਰਟੇਸ਼ਨ ਟਾਈਮ, ਜਿਸ ਵਿੱਚ ਟਰਾਂਸਪੋਰਟੇਸ਼ਨ ਦਾ ਸਮਾਂ ਇੱਕ ਵਰਕ ਸਟੇਸ਼ਨ ਜਾਂ ਇੱਕ ਵਿਭਾਗ ਤੋਂ ਦੂਸਰੇ ਵਿਭਾਗ ਵਿੱਚ ਅਰਧ ਤਿਆਰ ਜਾਂ ਤਿਆਰ ਕੱਪੜਿਆਂ ਦੀ ਆਵਾਜਾਈ ਲਈ ਪੂਰਾ ਸਮਾਂ ਹੁੰਦਾ ਹੈ। ਟੈਂਪਰੇਰੀ ਸਟੋਰੇਜ ਟਾਈਮ, ਇਸ ਵਿੱਚ ਅਧੂਰੇ ਹੋਏ ਕੱਪੜਿਆਂ ਦੇ ਇੰਤਜ਼ਾਰ ਦਾ ਸਮਾਂ। ਇਹ ਕਿਸੇ ਕੰਮ ਦੇ ਬੰਡਲ ਦਾ ਵਿਹਲਾ ਸਮਾਂ ਹੁੰਦਾ ਹੈ ਜਦੋਂ ਇਹ ਅਗਲੀ ਕਾਰਵਾਈ ਦੀ ਉਡੀਕ ਕਰਦਾ ਹੈ। ਇੰਸਪੈਕਸ਼ਨ ਟਾਈਮ, ਨਿਰੀਖਣ ਦਾ ਸਮਾਂ। ਅਰਧ ਤਿਆਰ ਕੱਪੜਿਆਂ ਦੀ ਪ੍ਰਕਿਰਿਆ ਦੀ ਜਾਂਚ ਲਈ ਜਾਂ ਪੈਕਿੰਗ ਤੋਂ ਪਹਿਲਾਂ ਤਿਆਰ ਕੱਪੜਿਆਂ ਦੀ ਅੰਤਿਮ ਜਾਂਚ ਲਈ ਇਹ ਸਮਾਂ ਹੁੰਦਾ ਹੈ। Most commonly types of production system are used. ਕੱਪੜੇ ਉਦਯੋਗ ਵਿੱਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਭਾਗ ਹੇਠ ਲਿਖੇ ਹਨ। ਨੰਬਰ 1 ਮੇਕ ਥਰੂ ਸਿਸਟਮ, ਨੰਬਰ 2 ਮੋਡਿਊਲਰ ਪ੍ਰੋਡਕਸ਼ਨ ਸਿਸਟਮ, ਨੰਬਰ 3 ਅਸੈਂਬਲੀ ਲਾਈਨ ਪ੍ਰੋਡਕਸ਼ਨ। ਇਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ। ਮੇਕ ਥਰੂ ਸਿਸਟਮ, ਕੱਪੜਾ ਉਤਪਾਦਨ ਦੀ ਇਸ ਪ੍ਰਣਾਲੀ ਵਿੱਚ ਓਪਰੇਟਰ ਗਾਰਮੈਂਟ ਦੇ ਇੱਕ ਪੀਸ ਨੂੰ ਲੈ ਕੇ ਬਾਕੀ ਪੀਸ ਇਕੱਠੇ ਕਰਦਾ ਹੈ ਅਤੇ ਉਸਨੂੰ ਗਾਰਮੈਂਟ ਦਾ ਰੂਪ ਦਿੰਦਾ ਹੈ। ਇਸੇ ਤਰ੍ਹਾਂ ਉਹ ਇੱਕ ਪੀਸ ਪੂਰਾ ਸਿਲਾਈ ਕਰਨ ਤੋਂ ਬਾਅਦ ਦੂਸਰਾ ਪੀਸ ਤਿਆਰ ਕਰਦਾ ਅਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪੀਸ ਤਿਆਰ ਕੀਤੇ ਜਾਂਦੇ ਹਨ। ਇਸ ਪ੍ਰਣਾਲੀ ਵਿੱਚ ਓਪਰੇਟਰ ਨੂੰ ਕੱਟੇ ਹੋਏ ਟੁਕੜਿਆਂ ਦਾ ਬੰਡਲ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਕੰਮ ਦੇ ਢੰਗ ਅਨੁਸਾਰ ਉਹਨਾਂ ਨੂੰ ਇਕੱਠਾ ਕਰ ਸਕੇ। ਇਹ ਇੱਕ ਕੁਸ਼ਲ ਪ੍ਰਣਾਲੀ ਹੁੰਦੀ ਹੈ। ਮੇਕ ਥਰੂ ਪ੍ਰਣਾਲੀ ਨੂੰ ਲਾਗੂ ਕਰਨ ਦੇ ਲਾਭ ਅਤੇ ਹਾਨੀਆਂ। ਐਡਵਾਂਟੇਜ ਆਫ ਮੇਕ ਥਰੂ ਸਿਸਟਮ। ਨੰਬਰ 1 ਕੁਇਕ ਥਰੂਪੁੱਟ ਟਾਈਮ, ਨੰਬਰ 2 ਈਜ਼ੀ ਟੂ ਸੁਪਰਵਾਈਜ਼। Disadvantage of make through system: low productivity and high lower cost. Group system, section or process time. ਇਹ ਇੱਕ ਵਿਅਕਤੀਗਤ ਪ੍ਰਣਾਲੀ ਦਾ ਵਿਕਾਸ ਹੈ ਜਿਸ ਵਿੱਚ ਕੋਈ ਓਪਰੇਟਰ ਕਿਸੇ ਖਾਸ ਕੰਮ ਵਿੱਚ ਮੁਹਾਰਤ ਰੱਖਦਾ ਹੈ ਅਤੇ ਗਾਰਮੈਂਟ ਨੂੰ ਸ਼ੁਰੂ ਤੋਂ ਅੰਤ ਤੱਕ ਸਿਲਾਈ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਇੱਕ ਓਪਰੇਟਰ ਲੇਬਲ ਨੱਥੀ ਕਰਨਾ, ਯੋਕ ਲਗਾਉਣਾ ਅਤੇ ਇੱਕ ਗਾਰਮੈਂਟ ਨੂੰ ਅੰਤਰੂਪਨ ਤੱਕ ਪੂਰਾ ਕਰਦਾ ਹੈ। ਸਿਲਾਈ ਰੂਮ ਵਿੱਚ ਬਹੁਤ ਸਾਰੇ ਸੈਕਸ਼ਨ ਬਣੇ ਹੁੰਦੇ ਹਨ ਅਤੇ ਹਰੇਕ ਸੈਕਸ਼ਨ ਵਿੱਚ ਸਿਲਾਈ ਮਾਹਰ ਗਾਰਮੈਂਟ ਦੇ ਵੱਖ-ਵੱਖ ਹਿੱਸਿਆਂ ਨੂੰ ਪੂਰਾ ਕਰਦੇ ਹਨ। ਸਿਲਾਈ ਰੂਮ ਦੇ ਸੈਕਸ਼ਨਾਂ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ। ਕਾਲਰ ਪ੍ਰੈਪਰੇਸ਼ਨ, ਸਲੀਵ ਪ੍ਰੈਪਰੇਸ਼ਨ, ਫਰੰਟ ਪ੍ਰੈਪਰੇਸ਼ਨ, ਬੈਕ ਪ੍ਰੈਪਰੇਸ਼ਨ, ਅਸੈਂਬਲਿੰਗ ਆਪਰੇਸ਼ਨਸ, ਜਿਸ ਵਿੱਚ ਕਲੋਜ਼ਿੰਗ, ਸੈਟਿੰਗ, ਕਾਲਰਸ ਐਂਡ ਸਲੀਵਸ ਆਦਿ ਸ਼ਾਮਿਲ ਕੀਤੇ ਜਾਂਦੇ ਹਨ। ਫਿਨਿਸ਼ਿੰਗ ਆਪਰੇਸ਼ਨਸ, ਇਸ ਵਿੱਚ ਬਟਨ ਹੋਲ ਔਰ ਬਲਾਈਂਡ ਸਟਿਚਿੰਗ ਆਦਿ ਸ਼ਾਮਿਲ ਕੀਤੇ ਜਾਂਦੇ ਹਨ। ਐਡਵਾਂਟੇਜ ਆਫ ਗਰੁੱਪ ਸਿਸਟਮ ਇਨ ਕਲੋਥਿੰਗ ਇੰਡਸਟਰੀ। ਇਸ ਵਿੱਚ ਉਤਪਾਦਨ ਲਾਗਤ ਜ਼ਿਆਦਾ ਅਤੇ ਲੇਬਰ ਕੀਮਤ ਘੱਟ ਹੁੰਦੀ ਹੈ। ਇਹ ਵਾਜਬ ਮਾਤਰਾ ਵਿੱਚ ਉਤਪਾਦਨ ਪੈਦਾ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਹੈ। ਮਸ਼ੀਨਾਂ ਦਾ ਖਰਾਬ ਹੋ ਜਾਣਾ ਅਤੇ ਮਜ਼ਦੂਰਾਂ ਦੀ ਗੈਰ ਹਾਜ਼ਰੀ ਗੰਭੀਰ ਸਮੱਸਿਆਵਾਂ ਪੈਦਾ ਨਹੀਂ ਕਰੇਗੀ। ਡਿਸਐਡਵਾਂਟੇਜ ਆਫ ਗਰੁੱਪ ਸਿਸਟਮ। ਕੱਪੜੇ ਦੀ ਕੁਆਲਿਟੀ ਨੂੰ ਸਖਤੀ ਨਾਲ ਕਾਇਮ ਰੱਖਣਾ ਪੈਂਦਾ ਹੈ ਕਿਉਂਕਿ ਸਾਰੇ ਪੱਧਰ ਦੇ ਓਪਰੇਟਰ ਸੈਕਸ਼ਨ ਅੰਦਰ
ਸਧਾਰਨ ਕੰਮ ਲਈ ਵੀ ਹੁਨਰਮੰਦ ਆਪਰੇਟਰਾਂ ਦਾ ਹੋਣਾ ਜ਼ਰੂਰੀ ਹੈ। ਬੰਡਲ ਸਿਸਟਮ ਵਿੱਚ ਕੱਟੇ ਹੋਏ ਪੀਸ ਸ਼ਾਮਿਲ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਦਾ ਆਪਸ ਵਿੱਚ ਰਲ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਹੋਲ ਪ੍ਰੋਡਕਸ਼ਨ ਸਿਸਟਮ। ਹੋਲ ਪ੍ਰੋਡਕਸ਼ਨ ਸਿਸਟਮ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ। ਕੰਪਲੀਟ ਹੋਲ ਗਾਰਮੈਂਟ, ਡਿਪਾਰਟਮੈਂਟਲ ਹੋਲ ਗਾਰਮੈਂਟ। ਇਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ। ਕੰਪਲੀਟ ਹੋਲ ਗਾਰਮੈਂਟ, ਇਸ ਪ੍ਰਣਾਲੀ ਵਿੱਚ ਇੱਕ ਵਿਅਕਤੀ ਕੱਪੜੇ ਨੂੰ ਕੱਟਣ ਤੋਂ ਲੈ ਕੇ ਸਿਲਾਈ ਅਤੇ ਅੰਤਰੂਪਣ ਤੱਕ ਸਾਰੇ ਕੰਮ ਕਰਦਾ ਹੈ। ਇੱਕ ਵਾਰ ਜਦੋਂ ਆਪਰੇਟਰ ਇੱਕ ਕੰਮ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਹ ਭੇਜਣ ਲਈ ਤਿਆਰ ਹੋ ਜਾਂਦਾ ਹੈ। ਇਸ ਸਿਸਟਮ ਨੂੰ ਬਹੁਤ ਘੱਟ ਥਾਵਾਂ 'ਤੇ ਵਰਤਿਆ ਜਾਂਦਾ ਹੈ। ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਇਹ ਇੱਕ ਗ੍ਰਾਹਕ ਲਈ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਸਿਸਟਮ ਵਿੱਚ 10 ਤੋਂ 20 ਗਾਰਮੈਂਟ ਬਣਾਏ ਜਾਂਦੇ ਹਨ। ਨੰਬਰ 2, ਡਿਪਾਰਟਮੈਂਟਲ ਹੋਲ ਗਾਰਮੈਂਟ। ਇਸ ਵਿੱਚ ਇੱਕ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਦੂਸਰਾ ਸ਼ੁਰੂ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਇੱਕ ਵਿਅਕਤੀ ਕਟਿੰਗ ਡਿਪਾਰਟਮੈਂਟ ਵਿੱਚ ਕੱਪੜੇ ਦੀ ਕਟਾਈ ਕਰਦਾ ਹੈ ਅਤੇ ਦੂਸਰਾ ਵਿਅਕਤੀ ਸਿਵਿੰਗ ਡਿਪਾਰਟਮੈਂਟ ਵਿੱਚ ਵਸਤਰ ਨੂੰ ਸਿਲਾਈ ਕਰਦਾ ਹੈ। ਇਸ ਤਰੀਕੇ ਨਾਲ ਫਿਨਿਸ਼ਿੰਗ ਡਿਪਾਰਟਮੈਂਟ ਵਿੱਚ ਵਸਤਰ ਨੂੰ ਪ੍ਰੈਸ ਅਤੇ ਪੈਕ ਕੀਤਾ ਜਾਂਦਾ ਹੈ। ਐਡਵਾਂਟੇਜ ਆਫ ਹੋਲ ਗਾਰਮੈਂਟ ਪ੍ਰੋਡਕਸ਼ਨ ਸਿਸਟਮ। ਜਦੋਂ ਬਹੁਤ ਕਿਸਮ ਦੇ ਕੱਪੜਿਆਂ ਨੂੰ ਥੋੜ੍ਹੀ ਮਾਤਰਾ ਵਿੱਚ ਤਿਆਰ ਕਰਨਾ ਹੋਵੇ ਤਾਂ ਇਸ ਤਰੀਕੇ ਨੂੰ ਵਰਤਣਾ ਪ੍ਰਭਾਵਸ਼ਾਲੀ ਰਹਿੰਦਾ ਹੈ। ਇੱਕ ਆਪਰੇਟਰ ਆਪਣੇ ਕੰਮ ਵਿੱਚ ਮਹਾਰਤ ਹਾਸਲ ਕਰ ਲੈਂਦਾ ਹੈ। ਡਿਸਐਡਵਾਂਟੇਜ ਆਫ ਹੋਲ ਪ੍ਰੋਡਕਸ਼ਨ ਸਿਸਟਮ। ਇਸ ਵਿੱਚ ਮਜ਼ਦੂਰ ਲਾਗਤ ਜ਼ਿਆਦਾ ਹੁੰਦੀ ਹੈ ਅਤੇ ਉਤਪਾਦਕਤਾ ਘੱਟ ਹੁੰਦੀ ਹੈ। ਅਸੈਂਬਲੀ ਲਾਈਨ ਸਿਸਟਮ ਫਾਰ ਅਪੈਰਲ ਪ੍ਰੋਡਕਸ਼ਨ। ਇਸ ਕਿਸਮ ਦੇ ਕੱਪੜਾ ਉਤਪਾਦਨ ਪ੍ਰਣਾਲੀ ਵਿੱਚ ਹਰੇਕ ਆਪਰੇਟਰ ਨੂੰ ਸਿਰਫ ਇੱਕ ਕਾਰਜ ਵਾਰ-ਵਾਰ ਕਰਨ ਲਈ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਪ੍ਰਣਾਲੀ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ। ਬੰਨੇ ਕੱਟੇ ਕੱਪੜਿਆਂ ਦੇ ਟੁਕੜਿਆਂ ਨੂੰ ਇੱਕ ਸੈਕਸ਼ਨ ਤੋਂ ਦੂਸਰੇ ਸੈਕਸ਼ਨ ਵਿੱਚ ਲਗਾਤਾਰ ਭੇਜਿਆ ਜਾਂਦਾ ਹੈ। ਇੱਕ ਬੰਡਲ ਵਿੱਚ ਸਾਰੇ ਕੱਟੇ ਹਿੱਸੇ ਹੁੰਦੇ ਹਨ ਜੋ ਪੂਰੇ ਕੱਪੜੇ ਨੂੰ ਖਤਮ ਕਰਨ ਲਈ ਜ਼ਰੂਰੀ ਹੁੰਦੇ ਹਨ। ਬੰਡਲ ਦੀਆਂ ਟਿਕਟਾਂ ਵਿੱਚ ਕਿਸੇ ਖਾਸ ਕੱਪੜੇ ਦੀ ਸ਼ੈਲੀ ਹੁੰਦੀ ਹੈ ਅਤੇ ਹਰੇਕ ਬੰਡਲ ਨੂੰ ਟਿਕਟ ਨੰਬਰ ਅਲਾਟ ਕੀਤਾ ਜਾਂਦਾ ਹੈ ਜੋ ਕੱਪੜੇ ਦੀ ਸ਼ੈਲੀ, ਆਕਾਰ ਅਤੇ ਰੰਗਤ ਨੂੰ ਦਰਸਾਉਂਦਾ ਹੈ। ਅਸੈਂਬਲੀ ਲਾਈਨ ਸਿਸਟਮ ਫਾਰ ਗਾਰਮੈਂਟ ਪ੍ਰੋਡਕਸ਼ਨ। ਬੰਨੇ ਹੋਏ ਕੱਪੜੇ ਦੇ ਟੁਕੜਿਆਂ ਨੂੰ ਇੱਕ ਸੈਕਸ਼ਨ ਤੋਂ ਦੂਸਰੇ ਸੈਕਸ਼ਨ ਵਿੱਚ ਭੇਜਿਆ ਜਾਂਦਾ ਹੈ। ਇੱਕ ਬੰਡਲ ਵਿੱਚ ਕੱਟੇ ਗਏ ਸਾਰੇ ਹਿੱਸੇ ਹੁੰਦੇ ਹਨ ਜਿਹੜੇ ਕੱਪੜੇ ਨੂੰ ਖਤਮ ਕਰਨ ਲਈ ਜ਼ਰੂਰੀ ਹੁੰਦੇ ਹਨ। ਟਾਈਪਸ ਆਫ ਅਸੈਂਬਲੀ ਲਾਈਨ ਪ੍ਰੋਡਕਸ਼ਨ ਸਿਸਟਮ। ਨੰਬਰ 1, ਪ੍ਰੋਗਰੈਸਿਵ ਬੰਡਲ ਸਿਸਟਮ। ਨੰਬਰ 2, ਯੂਨਿਟ ਪ੍ਰੋਡਕਸ਼ਨ ਸਿਸਟਮ। ਇਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ। ਨੰਬਰ 1, ਬੰਡਲ ਸਿਸਟਮ ਐਂਡ ਪ੍ਰੋਗਰੈਸਿਵ ਬੰਡਲ ਸਿਸਟਮ ਫਾਰ ਗਾਰਮੈਂਟਸ ਪ੍ਰੋਡਕਸ਼ਨ। ਜ਼ਿਆਦਾਤਰ ਵਸਤਰ ਨਿਰਮਾਤਾ ਮੰਨਦੇ ਹਨ ਕਿ ਕੁਸ਼ਲ ਬਣਨ ਅਤੇ ਅਰਥ ਵਿਵਸਥਾ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਬੰਡਲ ਸਿਸਟਮ, ਜਿਸ ਨੂੰ ਅਕਸਰ ਰਵਾਇਤੀ ਕੱਪੜੇ ਉਤਪਾਦਨ ਪ੍ਰਣਾਲੀ ਵਜੋਂ ਜਾਣਿਆ ਜਾਂਦਾ ਹੈ, ਕਈ ਦਹਾਕਿਆਂ ਤੋਂ ਕੱਪੜੇ ਨਿਰਮਾਤਾਵਾਂ ਦੁਆਰਾ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਰਿਹਾ ਹੈ। ਬੰਡਲ ਪ੍ਰਣਾਲੀ ਇੱਕ ਸਮਰਪਿਤ ਪ੍ਰਣਾਲੀ ਹੈ ਜਿਸ ਵਿੱਚ ਕੱਪੜੇ ਦੇ ਸਾਰੇ ਹਿੱਸੇ ਹੁੰਦੇ ਹਨ, ਬੰਡਲਾਂ ਵਿੱਚ ਬੰਨੇ ਹੁੰਦੇ ਹਨ ਤਾਂ ਕਿ ਇੱਕ ਵਸਤਰ ਉਤਪਾਦ ਦੇ ਇੱਕ ਜਾਂ ਵਧੇਰੇ ਭਾਗਾਂ ਨੂੰ ਪੂਰਾ ਕੀਤਾ ਜਾ ਸਕੇ।
ਪਹਿਰਾਵੇ ਦੇ ਉਤਪਾਦਨ ਦੀ ਬੰਡਲ ਪ੍ਰਣਾਲੀ ਵਿੱਚ ਕੱਪੜੇ ਦੇ ਹਿੱਸੇ ਹੁੰਦੇ ਹਨ ਜੋ ਕਿ ਕਿਸੇ ਖਾਸ ਕਾਰਜ ਜਾਂ ਕੱਪੜੇ ਦੇ ਭਾਗ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦੇ ਹਨ। ਕੱਪੜੇ ਦੇ ਬੰਡਲ ਕੱਟਣ ਵਾਲੇ ਕਮਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ ਜਿੱਥੇ ਕੱਟੇ ਹੋਏ ਹਿੱਸੇ ਨੂੰ ਇਕਸਾਰ ਹਿੱਸਿਆਂ ਅਤੇ ਬੰਡਲ ਟਿਕਟਾਂ ਨਾਲ ਮੇਲਦੇ ਹਨ। ਬੰਡਲਾਂ ਨੂੰ ਸਿਲਾਈ ਰੂਮ ਵਿੱਚ ਭੇਜਿਆ ਜਾਂਦਾ ਹੈ ਅਤੇ ਬੰਡਲ ਆਪਰੇਟਰ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਕੰਮ ਪੂਰਾ ਕਰਨ ਲਈ ਤੈਅ ਕੀਤਾ ਜਾ ਸਕੇ। ਸਟ੍ਰੇਟ ਲਾਈਨ ਔਰ ਸਿੰਕਰੋ ਪ੍ਰੋਡਕਸ਼ਨ ਸਿਸਟਮ, ਇਸ ਵਿੱਚ ਇੱਕੋ ਆਕਾਰ ਦੇ ਰੰਗ ਅਤੇ ਕੱਪੜੇ ਦੇ ਹਿੱਸੇ ਵੱਖਰੇ ਤੌਰ 'ਤੇ ਬਣਾਏ ਜਾਂਦੇ ਹਨ। ਵਸਤਰ ਇਕੱਠੇ ਕਰਨ ਲਈ ਵੱਖੋ ਵੱਖਰੇ ਕੱਪੜਿਆਂ ਦੇ ਭਾਗ ਇੱਕੋ ਸਮੇਂ 'ਤੇ ਸਿਲਾਈ ਕੀਤੇ ਜਾ ਸਕਦੇ ਹਨ। ਉਸੇ ਸਮੇਂ ਹੋਰ ਲਾਈਨਾਂ ਤੋਂ ਕਾਲਰ, ਸਲੀਵਸ, ਕਫਸ, ਜੇਬਾਂ ਆਦਿ ਵੀ ਕਾਰਵਾਈ ਹਿੱਤ ਆ ਜਾਂਦੇ ਹਨ। ਫਿਰ ਕੱਪੜੇ ਦੇ ਵੱਖ-ਵੱਖ ਹਿੱਸਿਆਂ ਨੂੰ ਪੂਰਾ ਕਰਕੇ ਕੱਪੜੇ ਬਣਾਉਣ ਲਈ ਮਿਲ ਕੇ ਕਾਰਵਾਈ ਕੀਤੀ ਜਾਂਦੀ ਹੈ। ਯੂਨਿਟ ਪ੍ਰੋਡਕਸ਼ਨ ਸਿਸਟਮ ਫਾਰ ਗਾਰਮੈਂਟਸ ਪ੍ਰੋਡਕਸ਼ਨ। PBS ਸਿੰਕਰੋ ਸਿਸਟਮ ਇੱਕ ਲਚਕਦਾਰ ਸਿਸਟਮ ਨਹੀਂ ਹੈ ਅਤੇ ਮਸ਼ੀਨਾਂ ਦੇ ਅਕਸਰ ਟੁੱਟਣ ਅਤੇ ਵਧੇਰੇ ਗੈਰ ਹਾਜ਼ਰੀ ਲਈ ਜ਼ਿੰਮੇਵਾਰ ਹੈ। ਸਟੈਂਡਬਾਈ ਮਸ਼ੀਨਾਂ ਅਤੇ ਆਪਰੇਟਰਾਂ ਨੂੰ ਹਰ ਵਾਰ ਰੁਕਾਵਟ ਵਾਲੀਆਂ ਪ੍ਰਕਿਰਿਆਵਾਂ ਤੋਂ ਬਚਣ ਲਈ ਉਪਲਬਧ ਕੀਤਾ ਜਾਣਾ ਚਾਹੀਦਾ ਹੈ। ਕੱਪੜਿਆਂ ਦੇ ਉਤਪਾਦਨ ਲਈ ਇਕਾਈ ਉਤਪਾਦਨ ਪ੍ਰਣਾਲੀ। ਯੂਨਿਟ ਉਤਪਾਦਨ ਪ੍ਰਣਾਲੀ ਜਾਂ UPS ਪ੍ਰਤੀਯੋਗੀ ਦਬਾਅ ਦਾ ਪ੍ਰਤੀਕਰਮ ਹੈ ਕਿਉਂਕਿ ਖਪਤਕਾਰਾਂ ਦੀਆਂ ਮੰਗਾਂ ਅਤੇ ਵੱਧ ਰਹੀ ਮੁਕਾਬਲੇਬਾਜ਼ੀ ਨੂੰ ਦਰਸਾਉਂਦੀ ਹੈ। ਇਸੇ ਪ੍ਰਣਾਲੀ ਲਈ ਇੱਕ ਸਵੈਚਾਲਿਤ ਓਵਰਹੈਂਡ ਟਰਾਂਸਪੋਰਟਰ ਪ੍ਰਣਾਲੀ ਦੀ ਲੋੜ ਹੁੰਦੀ ਹੈ ਤਾਂ ਜੋ ਬੰਡਲ ਸਿਸਟਮ ਵਿੱਚ ਸਮੱਗਰੀ ਦੇ ਮਨੁੱਖੀ ਪ੍ਰਬੰਧਨ ਦੀ ਬਜਾਏ ਵਿਅਕਤੀਗਤ ਇਕਾਈਆਂ ਨੂੰ ਇੱਕ ਆਪਰੇਸ਼ਨ ਤੋਂ ਦੂਸਰੀ ਆਪਰੇਸ਼ਨ ਵਿੱਚ ਜਾਣ ਲਈ ਜਾਂ ਇੱਕ ਵਿਭਾਗ ਤੋਂ ਦੂਸਰੇ ਵਿਭਾਗ ਵਿੱਚ ਜਾਣ ਲਈ ਯੋਜਨਾਬੱਧ ਕੀਤਾ ਜਾ ਸਕੇ। ਮਾਡਿਊਲਰ ਪ੍ਰੋਡਕਸ਼ਨ ਸਿਸਟਮ। ਉਤਪਾਦਨ ਦੀ ਮਾਡਿਊਲਰ ਪ੍ਰਣਾਲੀ ਮੂਲ ਰੂਪ ਵਿੱਚ ਜਾਪਾਨੀ ਆਟੋ ਨਿਰਮਾਣ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਨੂੰ ਵਸਤਰ ਉਦਯੋਗ ਵਿੱਚ ਲੋੜੀਂਦੀਆਂ ਮੰਗਾਂ ਵਿੱਚ ਲਚਕਤਾ ਨੂੰ ਪੂਰਾ ਕਰਨ ਲਈ ਇੱਕ ਢੰਗ ਵਜੋਂ ਮੰਨਿਆ ਜਾਂਦਾ ਹੈ। ਮਾਡਿਊਲਰ ਸਿਸਟਮ ਹਾਲਾਂਕਿ 1980 ਦਾ ਹੈ। ਪਹਿਰਾਵੇ ਦੇ ਉਦਯੋਗ ਵਿੱਚ ਸਭ ਤੋਂ ਨਵੇਂ ਉਤਪਾਦਨ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਸ ਪ੍ਰਣਾਲੀ ਨੂੰ ਟੀਮ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਮਾਰਕੀਟ ਦੇ ਵਖਰੇਵੇਂ ਦੇ ਦਬਾਅ ਅਤੇ ਉਤਪਾਦਨ ਦੇ ਵਿਕਾਸ ਦੇ ਚੱਕਰ ਨੂੰ ਘੱਟ ਕਰਨ ਅਤੇ ਵਧੇਰੇ ਕਾਰਜਸ਼ੀਲ ਲਚਕਤਾ ਦੀ ਜ਼ਰੂਰਤ ਨਾਲ ਹੀ ਘੱਟ ਵੇਤਨ ਵਾਲੇ ਦੇਸ਼ਾਂ ਤੋਂ ਮਾਨਵੀਕ੍ਰਿਤ ਉਤਪਾਦਨ ਦੀਆਂ ਲਾਈਨਾਂ ਵਿੱਚ ਤੀਬਰ ਪ੍ਰਤੀਯੋਗਤਾ ਹੁੰਦੀ ਹੈ। ਲਿਬਾਸ ਨਿਰਮਾਤਾਵਾਂ ਨੂੰ ਇਸ ਨਵੀਂ ਉਤਪਾਦਨ ਪ੍ਰਣਾਲੀ ਨਾਲ ਪ੍ਰਯੋਗ ਕਰਨ ਲਈ ਮਜਬੂਰ ਕਰਦਾ ਹੈ। ਪ੍ਰੋਡਕਸ਼ਨ ਆਪਰੇਸ਼ਨਸ। ਗਾਰਮੈਂਟ ਉਤਪਾਦਨ ਕੱਪੜੇ ਤੋਂ ਵਸਤਰ ਬਣਾਉਣ ਜਾਂ ਡਰੈਸ ਬਣਾਉਣ ਦੀ ਪ੍ਰਕਿਰਿਆ ਹੈ। ਕੱਪੜੇ ਦਾ ਉਤਪਾਦਨ ਸ਼ਬਦ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਕੱਪੜਿਆਂ ਦੁਆਰਾ ਵਸਤਰਾਂ ਦਾ ਉਤਪਾਦਨ ਉਦਯੋਗਾਂ ਵਿੱਚ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਜਾਂਦਾ ਹੈ। ਇਹਨਾਂ ਵਸਤਰਾਂ ਦਾ ਆਰਡਰ ਪੂਰਾ ਕਰਨ ਲਈ ਫਲੋ ਚਾਰਟ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਵਸਤਰ ਬਣਾਉਣ ਲਈ ਤਰਤੀਬਵਾਰ ਲੜੀ। ਵਸਤਰ ਬਣਾਉਣ ਲਈ ਇੱਕ ਤਰਤੀਬਵਾਰ ਲੜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ। ਡਿਜ਼ਾਈਨਿੰਗ ਜਾਂ ਸਕੈਚਿੰਗ, ਪੈਟਰਨ ਬਣਾਉਣਾ, ਨਮੂਨਾ ਬਣਾਉਣਾ, ਪ੍ਰੋਡਕਸ਼ਨ ਪੈਟਰਨ, ਪੈਟਰਨ ਗ੍ਰੇਡਿੰਗ, ਨਿਸ਼ਾਨ ਲਗਾਉਣਾ, ਕੱਪੜਾ ਫੈਲਾਉਣਾ, ਕਟਾਈ,
ਛਾਂਟੀ ਕਰਨਾ ਜਾਂ ਬੰਡਲਿੰਗ, ਸਿਲਾਈ ਵਿਭਾਗ, ਵਸਤਰ ਦਾ ਨਿਰੀਖਣ, ਪ੍ਰੈਸਿੰਗ, ਅੰਤਿਮ ਨਿਰੀਖਣ, ਪੈਕਿੰਗ ਅਤੇ ਗਾਰਮੈਂਟ ਭੇਜਣਾ। ਡਿਜ਼ਾਈਨਿੰਗ ਜਾਂ ਸਕੈਚਿੰਗ, ਗਾਰਮੈਂਟ ਬਣਾਉਣ ਦਾ ਸਭ ਤੋਂ ਪਹਿਲਾ ਕਦਮ ਡਰੈਸ ਦਾ ਡਿਜ਼ਾਈਨ ਬਣਾਉਣਾ ਹੈ। ਡਰੈਸ ਦਾ ਡਿਜ਼ਾਈਨ ਡਿਜ਼ਾਈਨਰਸ ਦੁਆਰਾ ਸਕੈਚਬੁੱਕ 'ਤੇ ਬਣਾਇਆ ਜਾਂਦਾ ਹੈ। ਇਹਨਾਂ ਸਕੈਚ ਕੀਤੀਆਂ ਡਰੈਸਿਸ ਵਿੱਚੋਂ ਡਰੈਸ ਦਾ ਡਿਜ਼ਾਈਨ ਚੁਣਿਆ ਜਾਂਦਾ ਹੈ। ਵਰਕਿੰਗ ਸਕੈਚ ਫਲੈਟ ਡਰਾਇੰਗ 'ਤੇ ਹੁੰਦੇ ਹਨ। ਇਹ ਡਰੈਸ ਬਣਾਉਣ ਵਿੱਚ, ਪੈਟਰਨ ਬਣਾਉਣ ਸਮੇਂ ਅਤੇ ਉਤਪਾਦਨ ਵਿੱਚ ਜੁੜੇ ਹੋਰਨਾਂ ਪੈਟਰਨਾਂ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ। ਪੈਟਰਨ ਬਣਾਉਣਾ, ਪੈਟਰਨ ਕੱਪੜੇ ਦੇ ਹਿੱਸੇ ਦੀ ਰੂਪ ਰੇਖਾ ਹੈ। ਦੂਸਰੇ ਸ਼ਬਦਾਂ ਵਿੱਚ ਲੋੜੀਂਦੇ ਮਾਪ ਅਨੁਸਾਰ ਹਰੇਕ ਹਿੱਸੇ ਦੇ ਸਾਰੇ ਟੁਕੜਿਆਂ ਦੀ ਹਾਰਡ ਕਾਪੀ ਨੂੰ ਪੈਟਰਨ ਕਿਹਾ ਜਾਂਦਾ ਹੈ। ਪੈਟਰਨ ਵਿੱਚ ਸਿਲਾਈ ਅਲਾਉਂਸ, ਡਾਟਸ, ਪਲੀਟਸ, ਡਿਜ਼ਾਈਨ ਆਦਿ ਸ਼ਾਮਲ ਹੁੰਦੇ ਹਨ। ਨਮੂਨਾ ਬਣਾਉਣਾ, ਵਸਤਰਾਂ ਦਾ ਉਤਪਾਦਨ ਕਰਨ ਤੋਂ ਪਹਿਲਾਂ ਤਿਆਰ ਕੀਤੇ ਗਏ ਮਾਪਾਂ ਦੇ ਅਨੁਸਾਰ ਪੈਟਰਨ ਦੇ ਸਾਈਜ਼ ਦਾ ਇੱਕ ਮਲਮਲ ਜਾਂ ਕਿਸੇ ਫਾਲਤੂ ਕੱਪੜੇ 'ਤੇ ਨਮੂਨਾ ਤਿਆਰ ਕੀਤਾ ਜਾਂਦਾ ਹੈ, ਜੋ ਇਹ ਪੈਟਰਨ ਦੇ ਫਿੱਟ ਅਤੇ ਡਿਜ਼ਾਈਨ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਤਾ ਕਰਦਾ ਹੈ। ਤਿਆਰ ਕੀਤੇ ਨਮੂਨੇ ਵਾਲੇ ਵਸਤਰ ਤੋਂ ਪਤਾ ਚੱਲਦਾ ਹੈ ਕਿ ਵਸਤਰ ਮਾਪਾਂ ਦੇ ਅਨੁਸਾਰ ਸਹੀ ਬਣਿਆ ਹੈ। ਜੇਕਰ ਨਿਰੀਖਣ ਕੀਤੇ ਤੋਂ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਦੂਰ ਕਰ ਲਿਆ ਜਾਂਦਾ ਹੈ। ਪ੍ਰੋਡਕਸ਼ਨ ਪੈਟਰਨ, ਨਮੂਨਾ ਤਿਆਰ ਕਰਨ ਤੋਂ ਬਾਅਦ ਤਿਆਰ ਕੀਤੇ ਪੈਟਰਨ ਹੁਣ ਉਤਪਾਦਨ ਪ੍ਰਣਾਲੀ ਲਈ ਵਸਤਰ ਬਣਾਉਣ ਲਈ ਵਰਤੇ ਜਾਂਦੇ ਹਨ। ਪੈਟਰਨ ਨਿਰਮਾਤਾ ਸਟੈਂਡਰਡ ਪੈਟਰਨ ਬਣਾਉਣ ਲਈ ਕਾਗਜ਼ 'ਤੇ ਪੈਟਰਨ ਤਿਆਰ ਕਰਦਾ ਹੈ। ਇਹ ਪੈਟਰਨ ਵੱਖਰੇ ਵੱਖਰੇ ਗ੍ਰੇਡ ਵਿੱਚੋਂ ਹਲਕੇ ਅਤੇ ਸਭ ਤੋਂ ਭਾਰੇ ਅਤੇ ਪਤਲੇ ਤੋਂ ਸੰਘਣੇ ਪੇਪਰ ਦੇ ਬਣੇ ਹੁੰਦੇ ਹਨ, ਜੋ ਵਪਾਰਕ ਤੌਰ 'ਤੇ ਵੀ ਉਪਲਬਧ ਹੁੰਦੇ ਹਨ। ਪੈਟਰਨ ਗ੍ਰੇਡਿੰਗ, ਪੈਟਰਨ ਨੂੰ ਵੱਖਰੇ ਵੱਖਰੇ ਸਾਈਜ਼ਾਂ ਵਿੱਚ ਤਿਆਰ ਕਰਨ ਲਈ ਪੈਟਰਨ ਦੀ ਗ੍ਰੇਡਿੰਗ ਕੀਤੀ ਜਾਂਦੀ ਹੈ, ਜਿਵੇਂ ਸਮਾਲ, ਮੀਡੀਅਮ, ਲਾਰਜ। ਪੈਟਰਨਾਂ ਦੇ ਸਟੈਂਡਰਡ ਸਾਈਜ਼ 10, 12, 14, 16 ਵੱਖਰੇ ਵੱਖਰੇ ਆਕਾਰ ਅਤੇ ਸਾਈਜ਼ ਦੇ ਬਣੇ ਹੁੰਦੇ ਹਨ। ਬਾਜ਼ਾਰ ਵਿੱਚ ਵਸਤਰ ਐਸ, ਸਮਾਲ, ਐਮ, ਮੀਡੀਅਮ, ਐਲ, ਲਾਰਜ, ਐਕਸਐਲ, ਐਕਸਟਰਾ ਲਾਰਜ, ਡਬਲ ਐਕਸਐਲ ਸਾਈਜ਼ ਵਿੱਚ ਉਪਲਬਧ ਹੁੰਦੇ ਹਨ। ਪੈਟਰਨਾਂ ਦੀ ਗ੍ਰੇਡਿੰਗ ਕੰਪਿਊਟਰ ਏਡਡ ਡਿਜ਼ਾਈਨਿੰਗ ਵਿੱਚ ਕੰਪਿਊਟਰਾਂ ਦੀ ਸਹਾਇਤਾ ਨਾਲ ਵੀ ਕੀਤੀ ਜਾਂਦੀ ਹੈ ਅਤੇ ਕੈਡ ਸਿਸਟਮ ਨਾਲ ਗ੍ਰੇਡਿੰਗ ਕਰਨ ਦਾ ਸਮਾਂ ਬਹੁਤ ਘੱਟ ਲੱਗਦਾ ਹੈ। ਕੱਪੜਾ ਫੈਲਾਉਣਾ, ਵੱਖ ਵੱਖ ਸਾਈਜ਼ਾਂ ਵਿੱਚ ਪੈਟਰਨ ਤਿਆਰ ਕਰਨ ਤੋਂ ਬਾਅਦ ਕੱਪੜੇ ਨੂੰ ਟੇਬਲ 'ਤੇ ਵਿਛਾਇਆ ਜਾਂਦਾ ਹੈ। ਇਹ ਕੱਪੜੇ ਨੂੰ ਲੰਬਾਈ ਅਤੇ ਚੌੜਾਈ ਅਨੁਸਾਰ ਧਿਆਨ ਨਾਲ ਫੈਲਾਇਆ ਜਾਂਦਾ ਹੈ ਅਤੇ ਨਿਰੀਖਣ ਕੀਤਾ ਜਾਂਦਾ ਹੈ ਕਿ ਕੱਪੜੇ ਦੀ ਬੁਣਾਈ ਵਿੱਚ ਕੋਈ ਕਾਣ, ਝਿਰਖੀ ਜਾਂ ਕੋਈ ਨਾ ਉਤਰਨ ਵਾਲਾ ਦਾਗ ਤਾਂ ਨਹੀਂ। ਕੱਪੜੇ ਦੀ ਉਚਾਈ ਵੱਧ ਤੋਂ ਵੱਧ 6 ਇੰਚ ਤੱਕ ਸੀਮਤ ਹੁੰਦੀ ਹੈ। ਨਿਸ਼ਾਨ ਲਗਾਉਣਾ, ਨਿਸ਼ਾਨ ਲਗਾਉਣਾ ਇੱਕ ਖਾਸ ਸ਼ੈਲੀ ਲਈ ਕੱਪੜੇ 'ਤੇ ਪੈਟਰਨਾਂ ਦੀ ਸਹੀ ਯੋਜਨਾਬੰਦੀ ਕਰਨ ਦੀ ਪ੍ਰਕਿਰਿਆ ਹੈ। ਪੈਟਰਨਾਂ ਨੂੰ ਕੱਪੜੇ 'ਤੇ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਤਾਂ ਕੱਪੜੇ ਦੀ ਕਿਫਾਇਤੀ ਵਰਤੋਂ ਕੀਤੀ ਜਾਵੇ ਤਾਂ ਜੋ ਕੱਪੜਾ ਵੇਸਟ ਨਾ ਹੋਵੇ। ਪੈਟਰਨਾਂ ਨੂੰ ਲੰਬਾਈ ਅਤੇ ਚੌੜਾਈ ਅਨੁਸਾਰ ਧਿਆਨ ਵਿੱਚ ਰੱਖ ਕੇ ਮਾਰਕਰ ਨਾਲ ਕੱਪੜੇ 'ਤੇ ਨਿਸ਼ਾਨ ਲਗਾਏ ਜਾਂਦੇ ਹਨ। ਕਟਾਈ, ਨਿਸ਼ਾਨ ਵਾਲੇ ਕੱਪੜੇ ਨੂੰ ਪਿੰਨਾਂ ਲਗਾ ਕੇ ਪੂਰੇ ਧਿਆਨ ਨਾਲ ਕਟਾਈ ਕੀਤੀ ਜਾਂਦੀ ਹੈ ਅਤੇ
ਇਹ ਕਟਾਈ ਵੱਖ-ਵੱਖ ਪੈਟਰਨਾਂ ਦੇ ਸਾਈਜ਼ ਅਨੁਸਾਰ ਧਿਆਨਪੂਰਵਕ ਕੀਤੀ ਜਾਂਦੀ ਹੈ। ਇਹ ਵਸਤਰ ਨਿਰਮਾਣ ਦੀ ਸਭ ਤੋਂ ਮਹੱਤਵਪੂਰਨ ਪ੍ਰਕਿਰਿਆ ਹੈ। ਕੱਪੜੇ ਦੀ ਕਟਾਈ ਤੇ ਵਸਤਰ ਦੀ ਫਿਟਿੰਗ ਅਤੇ ਦਿੱਖ ਤੇ ਨਿਰਭਰ ਕਰਦੀ ਹੈ। ਛਾਂਟੀ ਕਰਨਾ ਜਾਂ ਬੰਡਲਿੰਗ। ਕੱਪੜੇ ਦੀ ਕਟਾਈ ਤੋਂ ਬਾਅਦ ਸਾਰੇ ਕੱਪੜੇ ਦੇ ਪੀਸਾਂ ਨੂੰ ਸਾਈਜ਼ਾਂ ਅਤੇ ਰੰਗ ਦੇ ਅਨੁਸਾਰ ਰੱਖਿਆ ਜਾਂਦਾ ਹੈ। ਸਾਰੇ ਬੰਡਲਾਂ ਅਤੇ ਸਾਈਜ਼ ਅਨੁਸਾਰ ਕੋਡਿੰਗ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਪੀਸ ਗਲਤ ਨਾ ਜੁੜ ਜਾਵੇ। ਬੰਡਲਾਂ 'ਤੇ ਟਿਕਟਾਂ ਲਗਾ ਕੇ ਸਿਲਾਈ ਵਿਭਾਗ ਵਿੱਚ ਭੇਜਿਆ ਜਾਂਦਾ ਹੈ। ਸਿਲਾਈ ਵਿਭਾਗ ਇਹ ਗਾਰਮੈਂਟ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਭਾਗ ਹੈ। ਕੱਪੜੇ ਦੇ ਹਿੱਸਿਆਂ ਨੂੰ ਸਿਲਾਈ ਵਿਭਾਗ ਵਿੱਚ ਸੈਕਸ਼ਨਸ ਦੁਆਰਾ ਸਿਲਾਈ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਇੱਕ ਲੜੀ ਵਿੱਚ ਪਈਆਂ ਮਸ਼ੀਨਾਂ 'ਤੇ ਕੰਮ ਕਰ ਰਹੇ ਕਾਰੀਗਰ ਸ਼ਰਟ 'ਤੇ ਕਾਲਰ ਲਗਾ ਰਹੇ ਹਨ। ਦੂਸਰੇ ਸੈਕਸ਼ਨ ਵਿੱਚ ਬੈਠੇ ਕਾਰੀਗਰ ਜੇਬ ਲਗਾ ਰਹੇ ਹਨ। ਇਸੇ ਤਰ੍ਹਾਂ ਬਾਕੀ ਹੋਰ ਸੈਕਸ਼ਨਾਂ ਵਿੱਚ ਬੈਠੇ ਕਾਰੀਗਰ ਅਲੱਗ-ਅਲੱਗ ਕੰਮ ਕਰ ਰਹੇ ਹੁੰਦੇ ਹਨ। ਸਿਲਾਈ ਵਿਭਾਗ ਵਿੱਚ ਕੱਪੜੇ ਦੇ ਪੀਸਾਂ ਨੂੰ ਲੋੜ ਅਨੁਸਾਰ ਵੱਖ-ਵੱਖ ਮਸ਼ੀਨਾਂ ਦੁਆਰਾ ਜੋੜਿਆ ਜਾਂਦਾ ਹੈ। ਵਸਤਰਾਂ ਦਾ ਨਿਰੀਖਣ। ਸਿਲਾਈ ਤੋਂ ਬਾਅਦ ਵਸਤਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਉਹ ਮਾਪ ਅਨੁਸਾਰ ਸਹੀ ਬਣਿਆ ਹੈ ਜਾਂ ਉਸ ਉੱਪਰ ਕੋਈ ਦਾਗ, ਸਿਲਾਈ ਵਿੱਚ ਕਮੀ, ਟੱਕ ਆਦਿ ਤਾਂ ਨਹੀਂ। ਜੇਕਰ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਵਸਤਰ ਮੁੜ ਸਿਲਾਈ ਵਿਭਾਗ ਵਿੱਚ ਸਹੀ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਜੇਕਰ ਵਸਤਰ ਸਹੀ ਹੋਣ ਦੀ ਸੰਭਾਵਨਾ ਨਾ ਹੋਵੇ ਤਾਂ ਪੀਸ ਬਾਹਰ ਕੱਢ ਦਿੱਤਾ ਜਾਂਦਾ ਹੈ। ਪ੍ਰੈਸਿੰਗ। ਚੈਕਿੰਗ ਤੋਂ ਬਾਅਦ ਵਸਤਰ ਨੂੰ ਧਿਆਨਪੂਰਵਕ ਪ੍ਰੈਸ ਕੀਤਾ ਜਾਂਦਾ ਹੈ ਤਾਂ ਜੋ ਗ੍ਰਾਹਕ ਨੂੰ ਵੇਖਣ ਵਿੱਚ ਵਸਤਰ ਸੁੰਦਰ ਵੇਖ ਸਕੇ, ਵਸਤਰ ਵਿੱਚ ਕੋਈ ਵੱਟ ਨਾ ਹੋਵੇ ਅਤੇ ਕੱਪੜੇ ਵਿੱਚ ਚਮਕ ਆ ਜਾਵੇ। ਅੰਤਿਮ ਨਿਰੀਖਣ। ਕਿਸੇ ਵੀ ਤਰ੍ਹਾਂ ਦੇ ਨੁਕਸ ਪਤਾ ਲਗਾਉਣ ਲਈ ਵਸਤਰ ਦੀ ਦੁਬਾਰਾ ਚੈਕਿੰਗ ਕੀਤੀ ਜਾਂਦੀ ਹੈ। ਖਰੀਦਦਾਰ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਵਸਤਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਮੀਆਂ ਦੂਰ ਕਰ ਦਿੱਤੀਆਂ ਜਾਂਦੀਆਂ ਹਨ। ਪੈਕਿੰਗ। ਅੰਤਿਮ ਨਿਰੀਖਣ ਤੋਂ ਬਾਅਦ ਕੱਪੜੇ ਨੂੰ ਪੈਕਿੰਗ ਲਈ ਅੰਤਿਮ ਤੈਅ ਲਗਾ ਕੇ ਸੈੱਟ ਕੀਤਾ ਜਾਂਦਾ ਹੈ। ਲਟਕਾਅ, ਟੈਗ, ਵਿਸ਼ੇਸ਼ ਟੈਗ ਅਤੇ ਕੀਮਤ ਟੈਗ ਲਗਾ ਕੇ ਵਸਤਰ ਨੂੰ ਡੱਬੇ ਵਿੱਚ ਦਰਜਨਾਂ ਵਸਤਰ ਪੈਕ ਕੀਤੇ ਜਾਂਦੇ ਹਨ ਅਤੇ ਗੱਤੇ ਦੇ ਬਾਹਰ ਜਾਣਕਾਰੀ ਲਈ ਉਹਨਾਂ ਨੂੰ ਚਿੰਨ੍ਹਿਤ ਕੀਤਾ ਜਾਂਦਾ ਹੈ। ਗਾਰਮੈਂਟਸ। ਵਸਤਰ ਉਤਪਾਦਨ ਵਿਭਾਗ ਵਿੱਚੋਂ ਪੈਕਿੰਗ ਵਸਤਰਾਂ ਨੂੰ ਵੇਚਣ ਲਈ ਮਾਰਕੀਟ ਵਿਭਾਗ ਵਿੱਚ ਭੇਜਿਆ ਜਾਂਦਾ ਹੈ ਅਤੇ ਵਸਤਰਾਂ ਨੂੰ ਵੇਚਿਆ ਜਾਂਦਾ ਹੈ।